व्यूअर्स वेलकम बैक टू प्रोग्राम। सो व्यूअर्स गलबात करन जा रहे हैं कि जिस तरह के साल 2024 से कौम दे नुकता निगाह तो किवें रहा और खालिस्तान दे संघर्ष नूं इस वरे विच किन्ना कुछ हुलारा मिलिया, इस बारे गलबात करांगे। और अकाली सियासत दा लगातार डिगदा ग्राफ ਅਤੇ अकाली लीडरां ਵੱਲੋਂ अकाल तख्त ਦੀ ਲਗਾਤਾਰਤਾ ਨਾਲ ਕੀਤੀ ਜਾਰੀ ਤੌਹੀਨ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो असी अपने समुचे TV 84 ਦੇ ਵਿਊਅਰਸ ਦਾ, ਆਪਣੇ ਸਪਾਂਸਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਅਸੀਂ ਸਮਾਂ ਕਾਲ ਦੇਸ਼ ਦੁਨੀਆ ਦੇ ਵਿੱਚ ਕੀ ਹੋਇਆ ਉਹਦਾ ਜ਼ਿਕਰ ਕੀਤਾ, ਅਸੀਂ ਇਹ ਵੀ ਦੱਸ ਦਈਏ ਕਿ ਇਸ ਦਸੰਬਰ ਦੇ ਐਂਡ ਤੱਕ ਪਹੁੰਚਦਿਆਂ TV 84 ਨੇ ਆਪਣੇ ਸਫ਼ਰ ਦੇ 12 ਵਰੇ ਮੁਕੰਮਲ ਕਰ ਲਏ ਨੇ। ਬਿਲਕੁਲ ਦਸੰਬਰ 2012 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਔਰ ਇਹਦੇ ਬਾਵਜੂਦ ਕਿ ਬਹੁਤ ਸਾਰੀਆਂ ਰੁਕਾਵਟਾਂ ਨੇ, ਬਹੁਤ ਸਾਰੇ ਚੈਲੰਜਸ ਨੇ ਔਰ ख़ास ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਸਾਡੇ ਲਈ ਬਹੁਤ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ ਫਾਇਰ ਵਾਲਸ ਦੇ ਨਾਲ ਔਰ ਵੈਸੇ ਪਾਬੰਦੀਆਂ ਦੇ ਨਾਲ। 2020 ਤੋਂ ਭਾਰਤ ਦੇ ਵਿੱਚ ਤਾਂ ਵੈਸੇ ਹੀ ਬਲੌਕ ਕੀਤਾ ਹੋਇਆ ਹੈ। ਈਵਨ ਅਸੀਂ ਬਾਹਰਲੇ ਥਾਵਾਂ 'ਤੇ ਵੀ ਦੇਖਦੇ ਹਾਂ ਕਿ ਭਾਈ ਇਹ ਹਿੰਦੂ ਤੋਂ ਵੀ ਐਸੇ ਵੜੇ ਹੋਏ ਨੇ ਹਰ ਪਾਸੇ, ਜਾਂ ਇਹਨਾਂ ਦਾ IT ਸੈੱਲ ਜਿਹੜੇ ਪੀੜ ਨੇ ਉਹ ਸ਼ਿਕਾਇਤਾਂ ਕਰਦੇ ਰਹਿੰਦੇ ਨੇ। ਇਸ ਲਈ ਸਾਨੂੰ ਨੋਟਿਸ ਕੋਈ ਨਾ ਕੋਈ ਤੁਰਿਆ ਹੀ ਹੁੰਦਾ ਹੈ। ਫੇਸਬੁੱਕ ਤਾਂ ਸਾਡੀ ਪਹਿਲਾਂ ਹੀ ਬੰਦ ਕੀਤੀ ਹੋਈ ਹੈ, YouTube ਦੇ ਉੱਤੇ ਵੀ ਤਲਵਾਰ ਲਟਕ ਰਹੀ ਹੈ। ਲੇਕਿਨ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਅਸੀਂ ਇਹ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕੀਏ ਔਰ ਅਸੀਂ ਇਹ ਤੁਹਾਡੇ ਤੋਂ ਤਵੱਕੋ ਵੀ ਕਰਦੇ ਹਾਂ। ਅਸੀਂ ਸਾਡੀ ਸਾਰੀ ਟੀਮ ਪੂਰੀ ਤਨਦੇਹੀ ਦੇ ਨਾਲ ਇਸ ਪਿੜ ਦੇ ਵਿੱਚ ਉਤਰੀ ਹੋਈ ਹੈ। ਚੈਲੰਜਸ ਹੋਣ ਦੇ ਬਾਵਜੂਦ ਜੋ ਅਸੀਂ ਵੱਧ ਤੋਂ ਵੱਧ ਕਰ ਸਕਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ, ਪਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਵੀ ਜੇ ਤੁਸੀਂ ਸਾਨੂੰ ਫਾਈਨੈਂਸ਼ੀਅਲ ਪ੍ਰੈਸ਼ਰ ਤੋਂ ਜਿਹੜਾ ਹੈ ਉਹ ਮੁਕਤ ਕਰ ਦਿਓ ਜਾਂ ਇਸ ਨੂੰ ਘੱਟੋ ਘੱਟ ਇਸ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਓ ਤੇ ਸ਼ਾਇਦ ਅਸੀਂ ਹੋਰ ਵੀ ਜ਼ਿਆਦਾ ਕਰਨ ਦੀ ਸਮਰੱਥਾ ਰੱਖਦੇ ਹਾਂ। ਬਿਲਕੁਲ। ਤੇ ਜੇ ਇਹ ਪ੍ਰੈਸ਼ਰ ਇਵੇਂ ਹੀ ਬਣਿਆ ਰਿਹਾ ਤਾਂ ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੇ ਲਈ ਇਹ ਔਖਾ ਹੋਏਗਾ ਇਸ ਨੂੰ ਕੈਰੀ ਔਨ ਕਰਨਾ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਸਮੁੱਚੇ ਵਿਊਅਰਸ ਦਾ ਔਰ ਸਪਾਂਸਰਸ ਦਾ, ਮੈਨੂੰ ਪਤਾ ਹੈ ਕਿ ਵੀ ਇਕੋਨਮੀ ਦੀ ਹਾਲਤ ਖ਼ਾਸ ਤੌਰ 'ਤੇ ਕੈਨੇਡਾ ਦੇ ਹਵਾਲੇ ਨਾਲ ਵੀ, ਅਮਰੀਕਾ 'ਚ ਵੀ ਜਿਹੜੀਆਂ ਬਿਜ਼ਨਸਿਸ ਨੇ ਔਰ ਈਵਨ ਟੈਕਸੀ, ਟਰੱਕਿੰਗ, ਈਵਨ ਸਟੋਰਸ ਵੀ ਜਿਹੜਾ ਉਹ ਕੋਈ ਬਹੁਤੀਆਂ ਜਿਹੜੀਆਂ ਨੇ ਉਹ ਪ੍ਰੋਸਪਰਿੰਗ ਤਾਂ ਦੂਰ ਦੀ ਗੱਲ ਹੈ, ਇਸ ਵੇਲੇ ਕਈਆਂ ਦੇ ਲਈ ਆਪਣੇ ਖਰਚੇ ਕੱਢਣੇ ਵੀ ਔਖੇ ਹੋਏ ਨੇ। ਸੋ ਇਹਦੇ ਬਾਵਜੂਦ ਤੁਸੀਂ ਸਾਡੇ ਨਾਲ ਖਲੋਤੇ ਹੋ, ਖਲੋਂਦੇ ਹੋ, ਕਿਉਂਕਿ ਤੁਸੀਂ ਸਮਝਦੇ ਹੋ ਕਿ TV 84 ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਕੋਈ ਅਸੀਂ ਕਿਸੇ 'ਤੇ ਆਸਾਨ ਨਹੀਂ ਕਰਦੇ। ਇਹ ਇੱਕ ਇਸ਼ਕ ਹੈ, ਇੱਕ ਜਨੂਨ ਹੈ, ਇੱਕ ਸਾਡਾ ਫਰਜ਼ ਹੈ। ਔਰ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਡੁੱਲੇ ਖੂਨ ਦੀ ਆਵਾਜ਼ ਹੈ। ਜੇ ਇਸ ਨੂੰ ਬੁਲੰਦ ਰੱਖਣਾ, ਜਦੋਂ ਤੱਕ ਸਾਡੇ ਸਾਹ 'ਚ ਸਾਹ ਹੈ, ਜਦੋਂ ਤੱਕ ਸਾਡੇ ਕਦਮ ਜਿਹੜੇ ਨੇ ਉਹ ਤੁਰਨ ਦੀ ਸਮਰੱਥਾ ਰੱਖਦੇ ਨੇ, ਸਾਡੇ ਪੈਰਾਂ 'ਚ ਜਾਨ ਹੈ, ਅਸੀਂ ਆਪਣੀ ਮੰਜ਼ਿਲੇ ਮਕਸੂਦ ਵੱਲ ਵਧਣ ਦੀ ਕੋਸ਼ਿਸ਼ ਕਰਦੇ ਰਵਾਂਗੇ। ਪਰ ਇਹ ਵੀ ਸਾਡੀ ਵੀ ਤਵੱਕੋ ਹੈ ਕਿ ਤੁਸੀਂ ਵੀ ਇਸ ਸਾਰੇ ਚੈਲੰਜ ਦੀ ਗੰਭੀਰਤਾ ਨੂੰ ਵੀ ਸਮਝੋ ਔਰ ਜਿਹੜਾ ਜਿੱਥੇ ਜਿਸ ਰੂਪ ਦੇ ਵਿੱਚ ਵੀ ਕੰਟਰੀਬਿਊਟ ਕਰ ਸਕਦਾ ਹੈ ਤੁਸੀਂ ਇਸ ਪਾਸੇ ਕੰਟਰੀਬਿਊਟ ਕਰੋ। ਦੇਖੋ ਵੈਸੇ ਤਾਂ ਹੋਪ ਸਸਟੇਨਸ ਦਾ ਵਰਲਡ, ਇਹ ਕਿਹਾ ਜਾਂਦਾ ਕਿ ਜਦ ਤੱਕ ਸਾਂਸ ਤਦ ਤੱਕ ਆਸ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਹੁਣ ਅੱਜ ਮੇਰਾ ਇੱਕ ਇੰਟਰਵਿਊ ਪਾਕਿਸਤਾਨ ਦੇ ਇੱਕ ਇੰਗਲਿਸ਼ ਚੈਨਲ ਦੇ ਨਾਲ ਸੀ, ਆਲਮੋਸਟ ਅੱਧੇ ਘੰਟੇ ਦਾ ਇੰਟਰਵਿਊ ਸੀ ਔਰ ਟੁਵਰਡਸ ਦਾ ਐਂਡ ਜਿਹੜਾ ਉਹਨਾਂ ਨੇ ਮਿਸਟਰ ਮਤੀਨ ਹੈਦਰ ਇੰਟਰਵਿਊ ਕਰ ਰਹੇ ਸੀ, ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਤੁਹਾਡੀ ਸਟਰਗਲ ਇਸ ਸਾਲ 'ਚ ਕਿੱਥੇ ਕੁ ਪਹੁੰਚੀ ਔਰ ਨੈਕਸਟ ਈਅਰ 'ਚ ਤੁਹਾਡੀਆਂ ਕੀ ਜਿਹੜੀਆਂ ਨੇ ਆਸਾਂ ਨੇ। ਤੇ ਮੈਂ ਕਿਹਾ ਜੀ ਦੇਖੋ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦੇ ਵਿੱਚ ਉਤਰਾਅ ਅਤੇ ਚੜ੍ਹਾਅ ਹੁੰਦੇ ਨੇ ਔਰ ਮੈਂ ਐਕਸਪਲੇਨ ਕੀਤਾ ਕਿ ਭਾਈ ਅਸੀਂ ਤਾਂ 47 ਤੋਂ ਅਸੀਂ ਤਾਂ ਤੀਸਰੀ ਧਿਰ ਸੀ ਜਦੋਂ ਨੈਗੋਸ਼ੀਏਸ਼ਨ ਹੋਈ ਟਰਾਂਸਫਰ ਆਫ ਪਾਵਰ ਦੇ ਲਈ।
ਸਾਡੀ ਅਹਿਮਕ ਲੀਡਰਸ਼ਿਪ, ਕਿਉਂਕਿ ਕਸ਼ਮੀਰ ਦੇ ਹਵਾਲੇ ਨਾਲ ਵੀ ਗੱਲ ਚੱਲ ਰਹੀ ਸੀ, ਮੈਂ ਕਿਹਾ ਵੀ ਕਸ਼ਮੀਰੀਆਂ ਦਾ ਸ਼ੇਖ ਅਬਦੁੱਲਾ ਤੇ ਸਾਡੇ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਧਰੋਹ ਕਮਾਇਆ। ਨਤੀਜਾ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੇ 'ਚ ਆਏ, ਪਰ ਅਸੀਂ ਭਾਰਤੀ ਕਨਸਟੀਟਿਊਸ਼ਨ ਨੂੰ ਨਹੀਂ ਮੰਨਿਆ। ਕਸ਼ਮੀਰੀਆਂ ਨੇ ਤਾਂ ਆਰਟੀਕਲ 370 ਦੂਸਰਾ ਤੀਸਰਾ ਕਰਕੇ ਘੱਟੋ ਘੱਟ ਕੋਈ ਕੰਸੈਸ਼ਨ ਤਾਂ ਲਿਆ, ਅਸੀਂ ਤਾਂ ਜ਼ਬਾਨੀ ਕਲਾਮੀ 'ਚ ਤੇ ਰਹੇ, ਤੇ ਉਹਨਾਂ ਨੇ ਜਿਨ੍ਹਾਂ ਨੇ ਕੰਸੈਸ਼ਨ ਲਿਆ ਉਹ ਵੀ ਉਡਾ ਕੇ ਰੱਖਤਾ, ਤੇ ਸਾਨੂੰ ਤਾਂ ਉਹਨਾਂ ਨੇ ਕੀ ਦੇਣਾ ਸੀ। ਪਰ ਮੈਂ ਕਿਹਾ ਵੀ ਔਨ ਰੈਕਰਡ ਹੈ ਕਿ ਸਾਡੇ ਜਿਹੜੇ ਦੋ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਅਕਾਲੀ ਦਲ ਵੱਲੋਂ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਨ, ਉਹਨਾਂ ਨੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਕਾਂਸਟੀਟਿਊਸ਼ਨ ਦੇ ਡਰਾਫਟ ਤੇ। ਔਰ ਇਹ ਫੈਕਟ ਹੈ ਕਿ ਬੇਸ਼ੱਕ ਅਸੀਂ ਕੈਪਚਰ ਹੋ ਗਏ ਇੰਡੀਅਨ ਮੈਪ ਦੇ ਵਿੱਚ, ਪਰ ਸੰਵਿਧਾਨਕ ਤੌਰ ਤੇ ਅਸੀਂ ਭਾਰਤ ਨੂੰ ਨਹੀਂ ਮੰਨਿਆ ਹੋਇਆ ਕਿ ਇੰਟਰਨੈਸ਼ਨਲ ਲਾਅ ਦੇ ਥੱਲੇ ਅਸੀਂ ਉਹਨਾਂ ਦੇ ਕਾਂਸਟੀਟਿਊਸ਼ਨ ਨੂੰ ਨਹੀਂ ਮੰਨਿਆ ਹੋਇਆ। ਸੋ 37 ਵਰੇ ਫਿਰ ਵੀ ਪੀਸਫੁਲੀ ਲੀਡਰਸ਼ਿਪ ਲੱਗੀ ਰਹੀ ਕਿ ਕੋਈ ਆਟੋਨਮਸ ਸਟੇਟਸ ਹੋ ਜਾਏ, ਕੋਈ ਦੂਜਾ। ਜੂਨ 84 ਫਾਈਨਲ ਵਾਟਰਸ਼ੈਡ ਸੀ ਜਿਹਦੇ 'ਚ ਲਾਈਨ ਡਰਾ ਹੋ ਗਈ। ਸੋ ਮੈਂ ਕਿਹਾ ਜੀ ਕਿ 84 ਤੋਂ 94 95 ਤੱਕ ਜੇ ਇੰਡੀਅਨ ਸਟੇਟ ਨੇ ਡਾਇਰੈਕਟ ਟੈਰਰ ਦੇ ਨਾਲ ਸਟੇਟ ਟੈਰਰਿਜ਼ਮ ਦਾ ਹਥਿਆਰ ਇਸਤੇਮਾਲ ਕੀਤਾ, ਤੇ ਸਾਡੇ ਨੌਜਵਾਨਾਂ ਨੇ ਆਪਣੇ ਗੁਰੂ ਦੇ ਆਸ਼ੇ ਦੇ ਮੁਤਾਬਕ ਉਸ ਦਾ ਜਵਾਬ ਦਿੱਤਾ। ਔਰ ਕੋਈ ਵੀ ਜਿਹੜਾ ਕੋਈ ਇੰਟਰਨੈਸ਼ਨਲ ਜਿਹਨੇ ਦੁਨੀਆ ਦੀਆਂ ਅੱਡ-ਅੱਡ ਗੁਰਿਲਾ ਮੂਵਮੈਂਟਸ ਜਾਂ ਹਥਿਆਰਬੰਦ ਲੜਾਈਆਂ ਦੇਖੀਆਂ ਨੇ, ਉਹ ਸਾਡੀ ਉਸ ਸਟਰਗਲ ਨੂੰ ਟੌਪ ਲਾਈਨ ਦੇ ਉੱਤੇ ਰੱਖੇਗਾ ਕਿ ਉਸ ਬਰੀਫ ਟਾਈਮ ਦੇ ਵਿੱਚ ਉਹ ਥਾਂ ਜਿੱਥੇ ਕੋਈ ਕਿਸੇ ਦੀ ਮਦਦ ਨਹੀਂ ਹੈ, ਕੋਈ ਟੋਪੋਗ੍ਰਾਫੀ, ਕੋਈ ਜੰਗਲ ਨਹੀਂ ਹੈ, ਕੋਈ ਪਹਾੜ ਨਹੀਂ ਨੇ, ਕੋਈ ਮੁਲਕ ਨੇ ਤੁਹਾਡੀ ਬਾਂਹ ਨਹੀਂ ਫੜੀ ਹੋਈ, ਪਰ 10 ਸਾਲ ਵਟੋ ਵੱਟ ਪਾ ਕੇ ਔਰ ਫਿਰ ਵੀ ਜਿਹੜੀ ਮੂਵਮੈਂਟ ਨੂੰ ਅਲਾਈਵ ਰੱਖਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਚੈਲੰਜ ਸੀ, ਜਿਸ ਚੈਲੰਜ ਨੂੰ ਅਸੀਂ ਕਾਮਯਾਬੀ ਦੇ ਨਾਲ ਹਾਸਲ ਕੀਤਾ। ਇਹ ਠੀਕ ਹੈ, ਸਟੇਟ ਪਾਵਰ ਨਾਲ ਜਦੋਂ ਤੁਸੀਂ ਲੜਦੇ ਹੋ, ਇੱਕ ਮਾਈਨੋਰਿਟੀ ਕਮਿਊਨਿਟੀ ਹੈ, ਉਹਨਾਂ ਨੇ ਜਿਹੜਾ ਉਹ 1992 ਤੋਂ 1995 ਤੱਕ 50,000 ਤੋਂ ਜ਼ਿਆਦਾ ਨੌਜਵਾਨ ਐਲੀਮੀਨੇਟ ਕਰਕੇ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਉਸ ਨੂੰ ਨੁਕਸਾਨ ਪਹੁੰਚਾਇਆ ਸਟਰਗਲ ਨੂੰ। ਫਿਰ ਉਹਨਾਂ ਨੇ ਡਰੱਗਸ ਲੈ ਆਂਦੀਆਂ, ਇੱਕ ਪੂਰੀ ਇੱਕ ਦਹਾਈ ਜਿਹੜਾ ਹੈ ਉਹ ਡਰੱਗਸ ਦੇ ਥੱਲੇ, ਇੱਕ ਆਲਰੇਡੀ ਡਿਫੀਟਿਸਟ ਫੀਲਿੰਗਸ ਵਾਲੀਆਂ ਪੈਦਾ ਹੋਏ ਲੋਕ, ਔਰ ਉਹਨਾਂ 'ਚ ਫਿਰ ਅਗਲਾ ਜਿਹੜੀ ਦਹਾਕਾ ਹੈ, ਅਗਲੀ ਡੈਕੇਡ ਹੈ, ਉਹ ਗੈਂਗਸਟਰਸ ਕ੍ਰੀਏਟ ਕਰ ਦਿੱਤੇ। ਔਰ ਫਿਰ ਉਸ ਤੋਂ ਅਗਲੀ ਡੈਕੇਡ ਮਾਸ ਮਾਈਗ੍ਰੇਸ਼ਨ ਕਿ ਭਾਈ ਤੁਸੀਂ ਓਪਰਚੁਨਿਟੀਜ਼ ਹੀ ਖਤਮ ਕਰ ਦਿੱਤੀਆਂ, ਔਰ ਉਹ ਸਾਰਿਆਂ ਨੂੰ ਕੀਤਾ। ਪਰ ਮੈਂ ਕਿਹਾ ਕਿ ਵੀ ਇਹ ਅਸੀਂ ਬਲੈਸਡ ਹੈ ਕਿ ਵੀ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਜਸਟਿਸ ਹੁੰਦਾ, ਇਹ ਵੀ ਹੁੰਦਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਸੋ ਇਵੈਂਚੁਅਲੀ ਜਦੋਂ ਇੰਡੀਅਨ ਸਟੇਟ ਨੇ ਇਹ ਦੇਖਿਆ, ਔਰ ਖ਼ਾਸ ਤੌਰ 'ਤੇ 19 ਮਹੀਨੇ ਚੱਲੀ ਫਾਰਮਰ ਮੂਵਮੈਂਟ, ਜਿਸ ਦੇ ਥੱਲੇ ਅਲਟੀਮੇਟਲੀ ਜਿਸ ਦੇ ਦਬਾਅ ਹੇਠ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਸਰਕਾਰ ਨੂੰ 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਹਨਾਂ ਨੇ ਨਵੀਂ ਟਰਾਂਸਕ੍ਰਿਪਟ ਲਿਖੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ। ਫਿਰ ਅਸੀਂ ਦੇਖਦੇ ਹਾਂ ਮਈ 2023 ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ ਦੇ ਵਿੱਚ ਮਰਡਰ, ਅਵਤਾਰ ਸਿੰਘ ਖੰਡਾ ਦਾ ਕੈਮੀਕਲ ਵੈਪਨ ਨਾਲ UK ਦੇ ਵਿੱਚ, ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ, ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ 6 ਫਾਰ ਜਸਟਿਸ ਤੇ ਲੀਗਲ ਕਾਉਂਸਲ ਨੂੰ ਫਾਈਲ ਕੀਤਾ ਅਮਰੀਕਨ ਏਜੰਸੀਜ਼ ਨੇ। ਪਰ ਜਿੰਨਾ ਇਸ 2024 ਵਰੇ ਦੇ ਵਿੱਚ ਸਾਡੇ ਕਾਜ਼ ਨੂੰ ਪਜ਼ੀਰਾਈ ਮਿਲੀ ਹੈ, ਇੱਕ ਤਾਂ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਵੀ ਐਕਸਪੋਜ਼ ਹੋਏ ਨੇ, ਇੰਡੀਆ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਆਇਆ, ਸਿੱਖਾਂ ਦੇ ਲਈ ਇੱਕ ਸਿੰਪਥੀ ਫੈਕਟਰ ਹੈ। ਖਾਲਿਸਤਾਨ ਰੈਫਰੈਂਡਮ ਨੇ ਫਰਦਰ ਜਿਹੜਾ ਉਹ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ ਕਿ ਦੁਨੀਆ ਦੇ ਵਿੱਚ ਲਿਆਂਦਾ, ਸਾਹਮਣੇ ਲਿਆਂਦਾ ਕਿ ਭਾਈ ਸਿੱਖ ਕੀ ਚਾਹੁੰਦੇ ਨੇ। ਸੋ ਇਸ ਸਾਰੇ ਚੀਜ਼ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿੰਨੀ ਹੋਪ ਅਸੀਂ ਦੇਖ ਸਕਦੇ ਹਾਂ ਫਾਈਵ ਆਈਜ਼ ਕੰਟਰੀਜ਼ ਦੇ ਜਿਹੜੇ ਸੀਰੀਅਸ ਓਪੀਨੀਅਨ ਮੇਕਰ ਨੇ ਜਾਂ ਦੂਸਰੇ, ਉਹ ਸਿੱਖ ਫੈਕਟਰ ਵੱਲ ਦੇਖਦੇ ਨੇ। ਜੇ ਉਸ ਖਿੱਤੇ ਦੇ ਵਿੱਚ ਬੰਗਲਾਦੇਸ਼ 'ਚ ਰਜੀਮ ਚੇਂਜ ਹੁੰਦਾ ਹੈ ਅਮਰੀਕਾ ਦੀ ਬਲੈਸਿੰਗ ਦੇ ਨਾਲ, ਆਲਰੇਡੀ ਮਨੀਪੁਰ ਦੇ ਵਿੱਚ ਜੋ ਸਿਚੁਏਸ਼ਨ ਬਣੀ ਹੋਈ ਹੈ, ਔਰ ਜੇ ਇੰਡੀਅਨ ਸਟੇਟ ਜਾਂ BJP ਦਾ ਆਫੀਸ਼ੀਅਲ ਹੈਂਡਲਰ ਉਹ ਅਮਰੀਕਾ ਨੂੰ ਕਹਿੰਦੇ ਨੇ ਕਿ ਜੀ ਤੁਸੀਂ ਇੰਟਰਵੀਨ ਕਰ ਰਹੇ ਹੋ, ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੇ ਹੋ, ਦੂਜਾ ਤੀਜਾ। ਸੋ ਇਸ ਗੱਲ ਦਾ ਧਿਆਨ ਰਹੇ, ਜਾਂ ਉਹ ਕੋਈ ਵੀ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਹੈ ਉਸ ਨੂੰ ਵੀ ਅਮਰੀਕਾ ਦੇ ਖਾਤੇ 'ਚ ਪਾਉਂਦੇ ਨੇ। ਇਹ ਸਾਡੇ ਲਈ ਪੋਜ਼ੀਟਿਵ ਗੱਲ ਹੀ ਹੈ, ਸਾਨੂੰ ਇਸ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰੇ ਪੀਰੀਅਡ 'ਚ ਇੰਟਰਨੈਸ਼ਨਲੀ ਵੀ
ਅਸੀਂ ਸਟਰੈਂਥਨ ਹੋਏ ਔਰ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਭਾਰਤ ਦੇ ਵਿੱਚ ਹੋਈਆਂ ਉਹਦੇ ਵਿੱਚ 2 ਪਾਰਲੀਮਾਨੀ ਹਲਕੇ ਜਿਨ੍ਹਾਂ ਦੇ ਵਿੱਚ ਫਰੀਦਕੋਟ ਔਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਯਾਦ ਕਰਨਾ ਵੀ ਬਣਦਾ ਹੈ ਕਿਵੇਂ NSA ਦੇ ਥੱਲੇ ਡਿਬਰੂਗੜ੍ਹ 2200 ਕਿਲੋਮੀਟਰ ਦੂਰ ਰੱਖਿਆ ਹੋਇਆ ਹੈ। ਲੇਕਿਨ ਜੇ ਪੰਜਾਬ ਦੇ ਲੋਕਾਂ ਦੀ ਵਿਲ ਦੇਖਣੀ ਹੋਏ ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਤੇ ਉਹ ਖਡੂਰ ਸਾਹਿਬ ਔਰ ਫਰੀਦਕੋਟ ਦੇ ਵੋਟਰਾਂ ਨੇ ਦੱਸਿਆ ਫਰੀਦਕੋਟ ਤੋਂ ਸ਼ਹੀਦ ਬੇਅੰਤ ਸਿੰਘ ਦਾ ਸਪੁੱਤਰ ਸਰਬਜੀਤ ਸਿੰਘ ਬਿਲਕੁਲ ਕਿਵੇਂ ਉਹਨਾਂ ਨੇ ਜਿੱਤ ਹਾਸਲ ਕੀਤੀ। ਜਿੰਨੀਆਂ ਵੋਟਾਂ ਮੋਦੀ ਨੂੰ ਨਹੀਂ ਮਿਲੀਆਂ ਉਸ ਤੋਂ ਜ਼ਿਆਦਾ ਅੰਮ੍ਰਿਤਪਾਲ ਸਿੰਘ ਨੂੰ ਮਿਲੀਆਂ। ਸੋ ਇਹ ਕਹਿਣਾ ਕਿ ਜੀ ਪੰਜਾਬ ਦੇ ਵਿੱਚ ਤਾਂ ਕੋਈ ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਕਿਸੇ ਵੀ ਸਟਰਗਲ ਦੇ ਵੱਖ-ਵੱਖ ਰੂਪ ਹੁੰਦੇ ਨੇ। ਬੀਤੇ ਕੱਲ੍ਹ ਜਿਹੜਾ ਅੱਜ ਇੱਥੇ ਜਦੋਂ ਅਸੀਂ 30 ਦੀ ਗੱਲ ਕਰ ਰਹੇ ਹਾਂ ਆਲਰੇਡੀ ਉੱਥੇ ਪੰਜਾਬ ਬੰਦ ਦਾ ਸੱਦਾ ਸੀ। ਇਹਦੇ ਬਾਵਜੂਦ ਕਿ ਸਿਰਫ 2 ਕਿਸਾਨ ਜਥੇਬੰਦੀਆਂ ਜਿਹੜਾ ਪੰਧੇਰ ਸਰਵਣ ਸਿੰਘ ਔਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਮਰਨ ਵਰਤ ਨੂੰ 33-34 ਦਿਨ ਹੋ ਗਏ ਨੇ ਇਹ ਕਿਹਾ ਜਾ ਰਿਹਾ ਸੀ ਜੀ ਬਾਕੀ ਕਿਸਾਨ ਜਥੇਬੰਦੀਆਂ ਨਹੀਂ। ਜੋ ਪੰਜਾਬ ਦੇ ਵਿੱਚ ਜਿਸ ਸਫਲਤਾ ਦੇ ਨਾਲ ਬੰਦ ਹੋਇਆ 4-5 ਮੇਰੇ ਸਾਹਮਣੇ ਜਿਹੜੀਆਂ ਨੇ ਉਹ ਜਿਹੜਾ BBC ਦੀ ਰਿਪੋਰਟਿੰਗ ਪੰਜਾਬ ਬੰਦ ਕਿਸਾਨਾਂ ਨੇ ਰੇਲ ਸੜਕੀ ਆਵਾਜਾਈ ਕੀਤੀ ਠੱਪ ਕਾਰੋਬਾਰੀ ਅਦਾਰਿਆਂ ਉੱਤੇ ਵਿਆਪਕ ਅਸਰ ਫਿਰ ਲਾਈਫ ਹਿੱਟ ਇਨ ਪੰਜਾਬ ਡਿਊ ਟੂ ਫਾਰਮਰਸ 9 ਆਵਰ ਬੰਦ रेल बस सर्विसेज इफेक्टेड फिर स्टेट कम्स टू ए ग्राइंडिंग हाल्ट ड्यूरिंग पंजाब बंद के भी खड़ी हो गई स्टेट बिल्कुल ना गड्डियां ने ना बसां ने ना दफ्तर बंद ने दुकानदार अदारे सब बंद ने ईवन द हिंदू अखबार कहते बंद ए सक्सेस क्लेम पंजाब फार्मर्स वांट सेंटर टू एक्ट एट खनौरी फार्मर स्टैंड बाई डल्लेवाल लैंड हिम स्ट्रेंथ। हुण जे किसी ने देखना है भी पंजाब ਜਾਂ ਸਿੱਖ ਕੌਮ ਕਿੱਥੇ ਹੈ ਬੇਸ਼ੱਕ ਅਸੀਂ ਇੱਥੇ ਸਕਸੈਸਫੁਲੀ ਸੈਟਰਡੇ ਨੂੰ ਫਾਰਮਰਸ ਦੇ ਹੱਕ 'ਚ ਪ੍ਰੋਟੈਸਟ ਕੀਤਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਬਾਕੀ ਸਾਰੀਆਂ ਜਥੇਬੰਦੀਆਂ ਨੇ ਔਰ ਇੰਡੀਆ ਮਿਸ਼ਨ ਜਿਹੜਾ UN ਦਾ ਉਹਦੇ ਬਾਹਰ ਇਕੱਠੇ ਹੋਏ ਹਾਲਾਂ ਮੀਂਹ ਵੀ ਪੈ ਰਿਹਾ ਸੀ ਟੈਂਪਰੇਚਰ ਵੀ ਡਾਊਨ ਸੀ ਉੱਥੋਂ ਮਾਰਚ ਕਰਕੇ UN ਦੇ ਸਾਹਮਣੇ ਆਏ ਇੱਕ ਬੜੀ ਸਫਲ ਇਵੈਂਟ ਸੀ ਔਰ ਉਹਨੂੰ ਜਦੋਂ TV 84 ਦੇ ਉੱਤੇ ਚਲਾਇਆ ਗਿਆ ਤੇ ਆਲਮੋਸਟ 19-20 ਹਜ਼ਾਰ ਲੋਕਾਂ ਨੇ ਜਿਹੜਾ ਉਹਨੂੰ ਵਿਊ ਕੀਤਾ। ਹੁਣ ਇਹ ਆਪਣੇ ਆਪ ਦੇ ਵਿੱਚ ਔਰ ਇਹ ਆਲਰੇਡੀ ਟ੍ਰੈਂਡ ਜਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਡਾਇਸਪੋਰਾ ਸਿੱਖਾਂ ਦੀ ਮਦਦ ਦਾ ਸੀ ਦੀ ਸ਼ੁਰੂਆਤ ਹੋ ਗਈ ਇੱਥੇ ਵੀ ਆਉਣ ਵਾਲੇ ਦਿਨਾਂ 'ਚ ਹੋਰ ਥਾਵਾਂ ਤੇ ਵੀ ਰੱਖਿਆ। ਉਸ ਤੋਂ ਇੱਕ ਦਿਨ ਪਹਿਲਾਂ S ਜੈਸ਼ੰਕਰ ਦੀ ਆਮਦ ਵਾਸ਼ਿੰਗਟਨ DC ਸਟੇਟ ਡਿਪਾਰਟਮੈਂਟ ਔਰ ਦੂਜੇ ਉਹਦੇ ਬਾਹਰ ਵੀ ਪ੍ਰੋਟੈਸਟ ਹੋਇਆ ਸਟੇਟ ਡਿਪਾਰਟਮੈਂਟ ਦੇ ਬਾਹਰ ਵੀ ਰਸ਼ੀਅਨ ਐਮਬੈਸੀ ਦੇ ਬਾਹਰ ਵੀ ਇੰਡੀਅਨ ਐਮਬੈਸੀ ਦੇ ਬਾਹਰ ਵੀ ਔਰ ਇਸੇ ਤਰ੍ਹਾਂ ਜੇ ਭਗਵੰਤ ਮਾਨ ਔਰ ਉਹ ਟੱਬਰ ਲੈ ਕੇ ਉੱਥੇ ਆਸਟ੍ਰੇਲੀਆ ਜਿਹੜਾ ਕ੍ਰਿਕਟ ਮੈਚ ਦੇਖਣ ਆਉਂਦਾ ਉੱਥੇ ਵੀ ਪ੍ਰੋਟੈਸਟ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਪੰਜਾਬ ਦਾ ਹਵਾਲਾ ਲੇਟੈਸਟ ਕਿਸਾਨ ਮੂਵਮੈਂਟ ਦਾ ਦਿੱਤਾ ਜਾਂ 2024 ਦੀਆਂ ਇਲੈਕਸ਼ਨਾਂ ਵੋਟਾਂ ਤਾਂ ਇੰਡੀਅਨ ਸਿਸਟਮ ਦੇ ਥੱਲੇ ਹੁੰਦੀਆਂ ਨੇ ਔਰ ਉਸ ਪੀਰੀਅਡ 'ਚ ਉਹਨਾਂ ਦੇ ਜਿਹੜੇ ਦੂਜੇ ਸੀ BJP ਦਾ ਸਫਾਇਆ ਪੰਜਾਬ 'ਚੋਂ ਇੱਕ ਵੀ ਸੀਟ ਨਹੀਂ ਮਿਲਦੀ ਹੈ। ਹੁਣ ਇਹ ਕੋਈ ਛੋਟੀਆਂ ਡਿਵੈਲਪਮੈਂਟਸ ਨਹੀਂ ਨੇ। ਸੋ ਅਸੀਂ ਇਹ ਹੋਪ ਕਰਦੇ ਹਾਂ ਕਿ ਭਾਈ ਇੱਕ ਪਾਸੇ ਸਾਡੀਆਂ ਪੋਲੀਟੀਕਲ ਉਮੰਗਾਂ ਪੋਲੀਟੀਕਲ ਐਸਪੀਰੇਸ਼ਨਸ ਦੁਨੀਆ ਦੇ ਵਿੱਚ ਆਰਟੀਕੂਲੇਟ ਹੋਈਆਂ ਨੇ ਖਾਲਿਸਤਾਨ ਦੇ ਮੁੱਦੇ 'ਤੇ। ਹਾਂ ਜੇ ਨਿਰਾਸਤਾ ਜਾਂ ਦੂਸਰੀ ਜਿਨ੍ਹਾਂ ਨੂੰ ਅਕਾਲੀ ਹਲਕਿਆਂ ਨੂੰ ਲੈ ਕੇ ਕਿ ਜਿਹੜੇ ਅਕਾਲੀ ਦਲ ਨੇ ਉਹਨਾਂ ਦੇ ਆਪਣੇ ਅਲੀ ਬਾਬਾ 40 ਚੋਰ ਉਹਨਾਂ 40 ਚੋਰਾਂ ਨੇ ਅਕਾਲ ਤਖਤ 'ਤੇ ਪਹੁੰਚ ਕੀਤੀ ਕਿ ਜੀ ਅਸੀਂ ਮਾफ़ੀ ਮੰਗਣ ਆਏ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੋਲੀ ਕਾਂਡ ਦਿਸ ਦੈਟ ਸਾਰੇ ਸਾਡੇ ਵਿਊਅਰ ਵਾਕਫ ਨੇ। ਫਿਰ 3 ਮਹੀਨੇ ਅਕਾਲ ਤਖਤ ਤੱਕ ਇਹ ਗੱਲਾਂ ਰਹੀਆਂ ਫਿਰ 2 ਦਸੰਬਰ ਨੂੰ ਉਹਨਾਂ ਨੇ ਫੈਸਲਾ ਸੁਣਾਇਆ। ਉਹਨਾਂ ਨੇ ਕਿਹਾ ਕਿ ਜੀ ਇਹ ਰਿਜ਼ਾਈਨ ਕਰੋ ਸਾਰੇ ਨਵੇਂ 6 ਮੈਂਬਰ ਇੱਕ ਕਮੇਟੀ ਨਵੀਂ ਭਰਤੀ ਕਰੋ ਇਹ ਉਹ ਔਰ ਅਸੀਂ ਸਮਝਦੇ ਹਾਂ ਵੀ ਇਹਦੇ ਔਰ ਸੁਖਬੀਰ ਬਾਦਲ ਨੇ ਜਿਵੇਂ ਸਾਰੇ ਗੁਨਾਹ ਕਬੂਲੇ ਅਸੀਂ ਇਹ ਕਿਹਾ ਸੀ ਕਿ ਵੀ ਐਡਮਿਸਿਬਿਲਿਟੀ ਹੋ ਗਈ ਅਕਾਊਂਟੇਬਿਲਿਟੀ ਬਾਕੀ ਹੈ। ਹਾਲਾਂ ਨਾਰਾਇਣ ਸਿੰਘ ਚੌੜਾ ਨੇ ਅਕਾਊਂਟੇਬਿਲਿਟੀ ਦਾ ਜਿਹੜਾ ਖੜਾਕਾ ਕੀਤਾ ਦੱਸਣ ਦੇ ਲਈ ਦਿੱਲੀ ਦੇ ਹਾਕਮਾਂ ਨੂੰ ਵੀ ਕਿ ਭਾਈ ਇਹ ਮਤ ਸਮਝੋ ਕਿ ਵੀ ਸਿੱਖਾਂ 'ਚ ਜਸਟਿਸ ਲੈਂਡ ਦੀ ਗੱਲ ਮੁੱਕ ਗਈ ਹੈ ਜਾਂ ਜੋ ਤੁਸੀਂ ਗੇਮਾਂ ਖੇਡ ਰਹੇ ਹੋ ਕੋਈ ਹੁਣ ਇਹਨਾਂ 'ਚੋਂ ਦਲਜੀਤ ਚੀਮਾ ਹੈ ਵਿਕਰਮ ਮਜੀਠੀਆ ਬਾਦਲ ਹੈ ਦੂਜਿਆਂ ਨੇ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ। ਮੈਂ ਪੰਜਾਬ ਦੇ 1-2 ਪ੍ਰੋਮੀਨੈਂਟ ਜਰਨਲਿਸਟ ਨਾਲ ਗੱਲ ਕਰ ਰਿਹਾ ਸੀ ਇਵੇਂ ਲੱਗਦਾ ਵੀ ਇਹ ਖੇਡ ਹੀ ਸਾਰੀ ਕੋਈ ਅਮਿਤ ਸ਼ਾਹ ਦੇ ਨਾਲ ਲੱਗਾ ਹੋਇਆ ਕੋਈ ਕਿਸੇ ਹੋਰ ਦੇ ਨਾਲ ਲੱਗਾ ਹੋਇਆ ਕੋਈ ਕਿਸੇ ਦੀ ਖੇਡ ਖੇਡ ਰਿਹਾ ਕੋਈ ਕਿਸੇ ਦੀ ਖੇਡ ਖੇਡ ਰਿਹਾ ਔਰ ਜਿਵੇਂ ਅਕਾਲੀ ਦਲ ਡਿਫਾਈ ਕਰ ਰਿਹਾ ਅਕਾਲ ਤਖਤ ਨੂੰ ਇਹ ਜ਼ਰੂਰ ਇਹਨਾਂ ਦਾ ਹੀ ਥੱਲਾ ਲੱਗਾ ਹੈ। ਇਹ ਆਪਣੀ ਕਬਰ ਆਪ ਪੁੱਟ ਰਹੇ ਨੇ
ਔਰ ਆਲਰੇਡੀ ਲੋਕਾਂ ਵੱਲੋਂ ਤਾਂ ਨਕਾਰੇ ਜਾ ਚੁੱਕੇ ਨੇ। ਅਕਾਲ ਤਖਤ ਨੂੰ ਇਹਨਾਂ ਨੇ ਕੀ ਜਿਹੜਾ ਉਸ ਦੇ ਸਟੇਟਸ ਨੂੰ ਡਾਊਨ ਕਰਨਾ, ਪਰ ਉਹ ਤਬਕਾ ਜਿਹੜਾ ਇਹ ਸਮਝਦਾ ਹੁੰਦਾ ਹੈ ਕਿ ਜੀ ਚਲੋ ਸ਼ਾਇਦ ਜਿਹਨੂੰ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਕਿ ਵੀ ਇਹਨਾਂ ਨੂੰ ਸਮਝ ਆ ਜਾਏ ਅਕਾਲੀਆਂ ਨੂੰ, ਜੇ ਸੁਖਬੀਰ ਬਾਦਲ ਮੰਨ ਜਾਂਦਾ ਅਹੁਦਾ ਛੱਡਿਆ, ਬਾਕੀ ਭਰਤੀ ਹੋਏ, ਅਕਾਲੀ ਦਲ ਰਿਵਾਈਵ ਹੋਏ। ਮੈਂ ਸਮਝਦਾ ਵੀ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹਨਾਂ ਤੋਂ ਤੁਸੀਂ ਅੱਜ ਹੋਪ ਕਰਦੇ ਹੋ, ਫਿਰ ਜੇ ਕੋਈ ਕਦਾ ਫੈਸਲਾ ਕਿਸੇ ਵੱਲੋਂ ਚੰਗਾ ਆ ਜਾਂਦਾ, ਕੋਈ ਬਿਆਨ ਆ ਜਾਂਦਾ, ਫਿਰ ਬਹੁਤ ਸਾਰੇ ਉਸ ਦੇ ਉੱਤੇ ਜਿਹੜੇ ਨੇ ਉਹ ਟੱਪਣ ਲੱਗ ਜਾਂਦੇ ਨੇ। ਨਹੀਂ, ਇਹ ਸਾਰੀ ਝਗੜੀ ਹੋਈ ਨਸਲ ਹੈ। ਇਹਨਾਂ ਨੇ ਸਾਰਿਆਂ ਨੇ ਜਿਹੜਾ ਉਹ ਆਪਣੇ ਮੁੱਲ ਪਵਾਏ ਹੋਏ ਨੇ। ਇਹਨਾਂ ਦੀ ਪ੍ਰੋਫਾਈਲ ਏਜੰਸੀਆਂ ਦੇ ਕੋਲ ਹੈ। ਸਭ ਚੋਰ ਨੇ, ਸਭ ਦਾਗੀ ਨੇ, ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਇਹਨਾਂ ਤੋਂ ਅਸੀਂ ਕਿਹੜੀ ਆਸ ਕਰਦੇ ਹਾਂ ਕਿ ਜੀ ਇਹ ਜਿਹੜੀ ਹੈ ਸਾਨੂੰ ਕਿਸੇ ਤਨ ਪੱਤਨ ਲਾਉਣਗੇ ਪੰਥ ਦੀ ਬੇੜੀ ਨੂੰ। ਇਹਨਾਂ ਨੇ ਕੁਛ ਨਹੀਂ ਕਰਨਾ ਹੈ। ਸਿੱਖ ਕੌਮ ਸਿਰ ਜੋੜ ਕੇ ਬੈਠੇ, ਡਾਇਸਪੋਰਾ ਸਿੱਖ ਵੱਡੀ ਹੋਪ ਨੇ। ਲੇਕਿਨ ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿ ਵੀ ਸੰਘਰਸ਼ ਵਾਲੀਆਂ ਧਿਰਾਂ ਨਹੀਂ ਨੇ। ਦਲ ਖਾਲਸਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਹੁਣ ਵੀ ਜੇ ਕਿਸਾਨ ਮੂਵਮੈਂਟ ਇਹਦੇ ਬਾਵਜੂਦ ਕਿ ਉਹਨਾਂ ਦੇ ਉੱਤੇ ਕਿੰਨਾ ਤਸ਼ੱਦਦ ਹੋ ਰਿਹਾ, ਸੁਪਰੀਮ ਕੋਰਟ ਬਾਰ-ਬਾਰ ਕਹਿ ਰਿਹਾ ਜੀ ਉਹਨਾਂ ਨੂੰ ਜਿਹੜਾ ਪੰਜਾਬ ਗਵਰਨਮੈਂਟ ਨੂੰ ਹੁਣ 31 ਦਸੰਬਰ ਦਾ ਟਾਈਮ ਦਿੱਤਾ ਹੈ ਕਿ ਜੀ ਉਹਨਾਂ ਨੂੰ ਫੀਡ ਕਰੋ, ਉੱਥੋਂ ਚੱਕੋ। ਔਰ ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਕਿਉਂਕਿ ਇਸ ਸਾਲ ਦਾ ਅਖੀਰਲਾ ਪ੍ਰੋਗਰਾਮ ਹੈ, ਨੈਕਸਟ ਅਸੀਂ ਕੱਲ੍ਹ ਪ੍ਰੋਗਰਾਮ ਨਹੀਂ ਕਰਨਾ, ਕੱਲ੍ਹ ਰਿਚਮੰਡ ਹਿੱਲ ਤੋਂ ਲਾਈਵ ਟੈਲੀਕਾਸਟ ਹੋਏਗਾ। ਔਰ ਇਸ ਰਾਤ ਦੇ ਵਿੱਚ ਵੀ ਕੁਝ ਵਾਪਰ ਸਕਦਾ ਹੈ ਔਰ ਉੱਥੇ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ। ਸੋ ਉੱਥੇ ਸਿਚੁਏਸ਼ਨ ਐਵੇਂ ਹੀ ਰਹਿਣਾ। ਪਰ ਮੈਂ ਸਮਝਦਾ ਵੀ ਡਾਇਸਪੋਰਾ ਸਿੱਖਾਂ ਨੂੰ ਜਿਵੇਂ ਇਸ ਵੇਲੇ ਇੱਕ ਪੋਜ਼ਿਟਿਵ ਵੇਵ ਹੈ, ਇੰਟਰਸਟ ਹੈ, ਦਿਲਚਸਪੀ ਹੈ ਇਹਨਾਂ ਤਾਕਤਾਂ ਦੀ, ਸਿਰ ਜੋੜ ਕੇ ਬੈਠ ਕੇ ਸਾਨੂੰ ਇਹ ਸਾਡੀਆਂ ਉਹ ਮੂਮੈਂਟਸ ਚੱਲ ਰਹੀਆਂ ਨੇ ਜਿਹੜੀਆਂ ਸ਼ੇਕਸਪੀਅਰ ਨੇ ਕਿਤੇ ਕਿਹਾ ਸੀ, ਟੂ ਬੀ ਔਰ ਨਾਟ ਟੂ ਬੀ ਇਜ਼ ਦਾ ਕੁਐਸਚਨ। ਸਵਾਲ ਇਹ ਹੈ ਵੀ ਅਸੀਂ ਜਿਹਨੂੰ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਦੇ ਵੇਲੇ ਜਿਹੜੀ ਗਾਈਡਲਾਈਨ ਦਿੱਤੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਮਿਸਲ ਵੰਡ ਅਬ ਕਬ ਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਸਾਡੇ ਸਾਹਮਣੇ ਚੈਲੰਜ ਇਹੀ ਹੈ ਕਿ ਅਸੀਂ ਸਿਰ ਜੋੜ ਕੇ ਬੈਠ ਕੇ ਕੌਮੀ ਕਰ ਖਾਲਿਸਤਾਨ ਦੇ ਲਈ, ਜਿਸ ਬਾਰੇ ਇਸ ਵੇਲੇ ਅਵੇਅਰਨੈਸ ਹੈ, ਸਿੰਪੈਥੀ ਹੈ, ਇੰਟਰਨੈਸ਼ਨਲੀ ਕੁਛ ਨਾ ਕੁਛ ਅਸੀਂ ਜਿਹੜਾ ਆਪਣੀ ਹਮਾਇਤ 'ਚ ਲੈ ਸਕਦੇ ਹਾਂ। ਹਾਲਾਂ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ। ਇਸ ਗੱਲ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਅਮਰੀਕਾ ਬਣਾ ਕੇ ਦੇ ਦੇਗਾ ਜਾਂ ਯੂਰਪ ਬਣਾ ਕੇ ਦੇ ਦੇਗਾ। ਉਹ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।